ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਸਟ ਵੈਲਕਮ ਟੂ ਯਰ ਓਨ ਚੈਨਲ ਰਾਈਟ ਔਨ। ਕਿਵੇਂ ਹੋ ਤੁਸੀਂ ਸਾਰੇ? ਉਮੀਦ ਹੈ ਵਧੀਆ ਹੋਵੋਗੇ ਤੇ ਆਪਣੀ ਪੀਐਸ ਟੈਟ ਦੀ ਤਿਆਰੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸ਼ੁਰੂ ਕਰ ਹੀ ਲਈ ਹੋਏਗੀ। ਠੀਕ ਹੈ ਜੀ, ਤਾਂ ਥੋੜੀ ਜਿਹੀ ਇੰਟਰੋਡਕਸ਼ਨ ਤੁਹਾਨੂੰ ਪਹਿਲਾਂ ਦੇ ਦਿੰਦੇ ਹਾਂ। ਜਿਹੜੇ ਵੀ ਸਟੂਡੈਂਟਸ ਪੀਐਸ ਟੈਟ ਮੈਥ ਦੀ ਤਿਆਰੀ ਕਰ ਰਹੇ ਨੇ, ਚਾਹੇ ਉਹ ਪੇਪਰ 1 ਦੇ ਸਟੂਡੈਂਟਸ ਨੇ ਚਾਹੇ ਪੇਪਰ 2 ਦੇ ਸਟੂਡੈਂਟਸ ਨੇ, ਉਹਨਾਂ ਲਈ ਇਹ ਚੈਨਲ ਕਾਫੀ ਜ਼ਿਆਦਾ ਯੂਜ਼ਫੁਲ ਤੇ ਹੈਲਪਫੁਲ ਹੋਏਗਾ। ਕਿਉਂਕਿ ਇੱਥੇ ਤੁਹਾਨੂੰ ਕਿਤੇ ਨਾ ਕਿਤੇ ਫੁੱਲ ਸਿਲੇਬਸ ਜੋ ਹੈ ਉਹ ਅਵੇਲੇਬਲ ਮਿਲੇਗਾ। ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕੀਤੀ ਹੈ ਜਿਸ ਦੇ ਵਿੱਚ ਆਪਾਂ ਮੈਥ ਦਾ ਸਾਰਾ ਸਿਲੇਬਸ ਕਵਰ ਕਰ ਰਹੇ ਹਾਂ ਔਰ ਕਰਦੇ ਕਰਦੇ ਆਪਾਂ 5th ਲੈਕਚਰ ਤੱਕ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਸੈਕਿੰਡ ਚੈਪਟਰ ਨੂੰ ਕੰਟੀਨਿਊ ਕਰਾਂਗੇ। ਇਸ ਤੋਂ ਪਹਿਲਾਂ ਫਸਟ ਚੈਪਟਰ ਨੰਬਰ ਸਿਸਟਮ ਕੰਪਲੀਟ ਹੋ ਚੁੱਕਿਆ। ਉਸ ਦੇ ਲਈ ਥੋੜ੍ਹੀ ਜਿਹੀ ਆਪਾਂ MCQs ਕੀਤੇ ਸੀ, ਕਨਸੈਪਟ ਕੀਤਾ ਸੀ। ਠੀਕ ਹੈ, ਅਗਰ ਤੁਹਾਡਾ ਰਿਸਪੌਂਸ ਅੱਛਾ ਰਿਹਾ ਤਾਂ ਬਹੁਤ ਹੀ ਜਲਦ ਤੁਹਾਡੇ ਰਿਸਪੌਂਸ ਦੇ ਅਕੋਰਡਿੰਗ ਹੀ ਆਪਾਂ ਬਹੁਤ ਜਲਦ MCQs ਦੀ ਸੀਰੀਜ਼ ਲੈ ਕੇ ਆਵਾਂਗੇ। ਠੀਕ ਹੈ, ਬਟ ਉਸ ਦੇ ਲਈ ਤੁਹਾਡਾ ਰਿਸਪੌਂਸ ਅੱਛਾ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਮੈਂ ਦੇਖ ਰਹੀ ਹਾਂ ਨਹੀਂ ਹੈ ਨਾ। ਤੁਸੀਂ ਸ਼ੇਅਰ ਕਰੋ, ਜ਼ਿਆਦਾ ਤੋਂ ਜ਼ਿਆਦਾ ਰਿਸਪੌਂਡ ਕਰੋ, ਕਮੈਂਟਸ ਦੇ ਵਿੱਚ ਆਪਣੇ ਰਿਵਿਊਜ਼ ਦਿਓ। ਅਗਰ ਤੁਸੀਂ ਰੈਗੂਲਰ ਕਲਾਸਿਸ ਨਹੀਂ ਲਗਾ ਰਹੇ ਤਾਂ ਲਗਾਉਣਾ ਸ਼ੁਰੂ ਕਰੋ, ਤਾਂ ਕਿ ਤੁਹਾਡੇ ਪੇਪਰ ਦੇ ਵਿੱਚ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਕੰਮ ਕੰਪਲੀਟ ਕਰ ਸਕੋ, ਪੇਪਰ ਤੱਕ ਆਪਣਾ ਸਿਲੇਬਸ ਕੰਪਲੀਟ ਕਰ ਸਕੋ ਅਤੇ ਆਫਟਰ ਨੋਟੀਫਿਕੇਸ਼ਨ ਸਿਰਫ ਰਿਵੀਜ਼ਨ ਕਰੋ ਅਤੇ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਮਾਰਕਸ ਲੈ ਕੇ ਆ ਸਕੋ। ਠੀਕ ਹੈ ਜੀ, ਬਹੁਤ ਹੀ ਬੇਸਿਕ ਦੇ ਵਿੱਚ, ਬਹੁਤ ਹੀ ਡਿਟੇਲ ਦੇ ਵਿੱਚ ਤੁਹਾਡੇ ਲਈ ਸਾਰਾ ਕੁਛ ਅਵੇਲੇਬਲ ਹੈ। ਕੋਈ ਵੀ ਇਹਦੇ ਵਿੱਚ ਦੋ ਰਾਏ ਨਹੀਂ ਹੈ ਕਿ ਤੁਹਾਨੂੰ ਪੂਰਾ ਸਿਲੇਬਸ ਇਸ ਦੇ ਵਿੱਚ ਕਰਵਾਇਆ ਜਾ ਰਿਹਾ। ਠੀਕ ਹੈ, ਕਲੀਅਰ ਹੈ। ਇਸ ਤੋਂ ਇਲਾਵਾ ਛੋਟੀ ਜਿਹੀ ਇਨਫੋਰਮੇਸ਼ਨ, ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ। ਟੈਲੀਗ੍ਰਾਮ ਗਰੁੱਪ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਇਸ ਗਰੁੱਪ ਦੇ ਨੂੰ ਜੁਆਇਨ ਕਰਕੇ ਤੁਹਾਡੇ ਲਈ ਕੀ ਬੈਨੀਫਿਟਸ ਨੇ, ਲਾਈਵ ਕਲਾਸਿਸ ਦਾ ਲਿੰਕ ਤੁਹਾਨੂੰ ਉੱਥੇ ਮਿਲ ਜਾਂਦਾ ਹੈ। ਠੀਕ ਹੈ, 2 ਦਿਨ ਆਪਾਂ ਲਾਈਵ ਕਲਾਸਿਸ ਨਹੀਂ ਲਗਾ ਪਾਏ, ਬਟ ਫਰੋਮ ਮੰਡੇ ਆਪਾਂ ਦੁਬਾਰਾ ਲਾਈਵ ਕਲਾਸਿਸ ਨੂੰ ਕੰਟੀਨਿਊ ਕਰਾਂਗੇ। ਅਤੇ ਟੈਲੀਗ੍ਰਾਮ ਗਰੁੱਪ ਦਾ ਲਿੰਕ ਜੋ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਲਾਈਵ ਕਲਾਸਿਸ ਦਾ ਲਿੰਕ ਜੋ ਹੈ ਉਹ ਟੈਲੀਗ੍ਰਾਮ ਗਰੁੱਪ ਦੇ ਵਿੱਚ ਹੀ ਸ਼ੇਅਰ ਕੀਤਾ ਜਾਂਦਾ ਹੈ। ਨੋਟਸ ਨੇ ਜੋ ਵੀ ਆਪਾਂ ਰੈਗੂਲਰਲੀ ਕਰਦੇ ਹਾਂ, ਉਹਨਾਂ ਸਭ ਦੇ ਨੋਟਸ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਹੀ ਸ਼ੇਅਰ ਕੀਤੇ ਜਾਂਦੇ ਨੇ। ਫॉर योर ਪ੍ਰੈਕਟਿਸ ਪੋਲ ਪਾਏ ਜਾਂਦੇ ਨੇ, ਕੁਐਸਚਨਸ ਪਾਏ ਜਾਂਦੇ ਨੇ, ਅਤੇ ਸਾਰਾ ਕੁਝ ਤੁਹਾਡੇ ਲਈ ਹੈਲਪਫੁਲ ਹੈ, ਯੂਜ਼ਫੁਲ ਹੈ। ਠੀਕ ਹੈ, ਡੋਂਟ ਫੋਰਗੇਟ ਟੂ ਜੁਆਇਨ ਇਟ। ਐਂਡ ਚਲੋ ਫਿਰ ਅੱਗੇ ਵੱਧਦੇ ਹਾਂ, ਥੋੜ੍ਹਾ ਜਿਹਾ ਟਾਈਮ ਨੂੰ ਸੇਵ ਕਰਦੇ ਹੋਏ ਟੌਪਿਕ ਨੂੰ ਸਟਾਰਟ ਕਰਦੇ ਹਾਂ। ਨੋਇੰਗ ਆਵਰ ਨੰਬਰ ਦੇ ਵਿੱਚ ਆਪਾਂ ਕੀ ਕੁਝ ਡਿਸਕਸ ਕਰ ਲਿਆ ਸੀ। ਆਪਾਂ ਇੰਟਰਨੈਸ਼ਨਲ ਸਿਸਟਮ ਅਤੇ ਨੈਸ਼ਨਲ ਸਿਸਟਮ, ਜੋ ਕਿ ਬਹੁਤ ਹੀ ਬੇਸਿਕ ਸੀਗਾ, ਉਹ ਆਪਾਂ ਡਿਸਕਸ ਕਰ ਲਿਆ ਸੀ। ਠੀਕ ਹੈ, ਇਹ ਸਾਰਾ ਕੁਝ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਅੱਗੇ ਜਿਵੇਂ ਆਪਾਂ ਵੱਧਦੇ ਹਾਂ ਤਾਂ ਬੇਸਿਕ ਕਲੀਅਰ ਕਰਨਾ ਜ਼ਰੂਰੀ ਹੈ। ਜਿਹੜੇ ਸਟੂਡੈਂਟਸ ਨੂੰ ਇਹ ਸਭ ਕੁਝ ਈਜ਼ੀ ਲੱਗ ਰਿਹਾ ਉਹਨਾਂ ਦੀ ਰਿਵੀਜ਼ਨ ਹੋ ਜਾਏਗੀ, ਜਿਹਨਾਂ ਨੂੰ ਥੋੜ੍ਹੇ ਬਹੁਤ ਕਨਫਿਊਜ਼ਨ ਹੈ ਉਹਨਾਂ ਦੇ ਕਨਫਿਊਜ਼ਨ ਦੂਰ ਹੋ ਜਾਏਗੀ। ਠੀਕ ਹੈ, ਚਲੋ ਸਟਾਰਟ ਕਰੀਏ। ਲਾਈਵ ਕਲਾਸ ਦੀ ਜੋ ਟਾਈਮਿੰਗ ਹੈ, ਲਾਈਵ ਕਲਾਸ ਦੀ ਟਾਈਮਿੰਗ ਉਹ ਆਪਣੇ ਕੋਲ ਕੀ ਹੈ, ਸਵੇਰ ਦੇ 10 ਵਜੇ ਦੀ ਹੈ। ਸਵੇਰ ਦੇ 10 ਵਜੇ ਤੁਹਾਨੂੰ ਰੋਜ਼ ਪੀਐਸ ਟੈਟ ਦੀ ਜੋ ਮੈਥ ਦੀ ਕਲਾਸ ਹੈ ਉਹ ਲਾਈਵ ਮਿਲੇਗੀ। ਕੁਝ ਸਟੂਡੈਂਟ ਦਾ ਕੁਐਸਚਨ ਸੀ ਕਿ ਆਪਾਂ CDP ਵਗੈਰਾ ਸਟਾਰਟ ਕਰਾਂਗੇ, ਨਹੀਂ ਉਹਦੇ ਲਈ ਹਲੇ ਕੋਈ ਛੋਟੀ ਨਹੀਂ ਹੈ, ਬਟ ਫਿਲਹਾਲ ਆਪਾਂ ਮੈਥ ਤੋਂ ਸਟਾਰਟ ਕਰ ਰਹੇ ਹਾਂ। ਠੀਕ ਹੈ, ਚਲੋ ਤੇ ਟਾਈਮ ਨਹੀਂ ਵੇਸਟ ਕਰਦੇ, ਅੱਗੇ ਚੱਲਦੇ ਹਾਂ। ਅੱਗੇ ਆਪਾਂ ਕੀ ਕਰਦੇ ਹਾਂ, ਕੰਟੀਨਿਊ ਕਰਦੇ ਹਾਂ ਆਪਣੇ ਟੌਪਿਕ ਨੂੰ। ਨੈਸ਼ਨਲ ਅਤੇ ਇੰਟਰਨੈਸ਼ਨਲ ਸਿਸਟਮ ਕਵਰ ਕਰਨ ਤੋਂ ਬਾਅਦ ਆਪਣੇ ਕੋਲ ਜੋ ਟੌਪਿਕ ਆ ਜਾਂਦਾ ਹੈ ਉਹ ਆ ਜਾਂਦਾ ਹੈ ਆਰਡਰਿੰਗ ਆਫ ਅ ਨੰਬਰ। ਨੰਬਰਸ ਦੀ ਆਰਡਰਿੰਗ ਮਤਲਬ ਬਹੁਤ ਹੀ ਜ਼ਿਆਦਾ ਸਿੰਪਲ ਅਤੇ ਬੇਸਿਕ। ਤੁਸੀਂ ਜਦੋਂ ਵੀ ਨੰਬਰਸ ਦੀ ਗੱਲ ਕਰਦੇ ਹੋ ਤਾਂ ਨੰਬਰਸ ਦੇ ਵਿੱਚ ਜੇਕਰ ਆਪਾਂ ਦੇਖਿਆ ਜਾਵੇ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ, ਸਭ ਤੋਂ ਪਹਿਲਾਂ ਤਾਂ ਜਿਹੜੇ ਨੰਬਰਸ ਨੇ ਉਹਨਾਂ ਨੂੰ ਆਪਾਂ ਕਿਸੇ ਨਾ ਕਿਸੇ ਸਿੰਬਲ ਨਾਲ ਰਿਪਰਜੈਂਟ ਕਰਦੇ ਹਾਂ। ਫੋਰ ਐਗਜ਼ਾਮਪਲ ਮੰਨ ਲਓ ਤੁਹਾਡੇ ਕੋਲ 2 ਨੰਬਰ ਨੇ, ਇੱਕ ਮੇਰੇ ਕੋਲ ਨੰਬਰ ਹੈ X, ਇੱਕ ਮੇਰੇ ਕੋਲ Y। ਕੋਈ ਵੀ 2 ਨੰਬਰ ਨੇ, ਇੱਕ ਮੇਰੇ ਕੋਲ X ਨੰਬਰ ਹੈ ਔਰ ਇੱਕ ਮੇਰੇ ਕੋਲ Y ਨੰਬਰ ਹੈ। ਠੀਕ ਹੈ, ਹੁਣ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਹਨਾਂ 2 ਨੰਬਰਸ ਦਾ ਕੀ ਮਤਲਬ ਹੈ, ਇਸ 2 ਨੰਬਰਸ ਦੇ 3 ਕੇਸ ਬਣਦੇ ਨੇ। ਪਹਿਲਾ ਕੇਸ ਤਾਂ ਇਹ ਬਣਦਾ ਹੈ ਕਿ ਫਸਟ ਨੰਬਰ ਜਾਂ ਤਾਂ ਸੈਕਿੰਡ ਨੰਬਰ ਤੋਂ ਬੜਾ ਹੋਏਗਾ। ਦੂਸਰਾ ਕੇਸ ਆਪਣੇ ਕੋਲ ਇਹ ਬਣਦਾ ਹੈ, ਹੋ ਸਕਦਾ ਹੈ ਸੈਕਿੰਡ ਨੰਬਰ ਬੜਾ ਹੋਵੇ। ਅਤੇ ਤੀਸਰਾ ਕੇਸ ਆਪਣੇ ਕੋਲ ਇਹ ਬਣਦਾ ਹੈ ਕਿ ਹੋ ਸਕਦਾ ਦੋਨੋਂ ਨੰਬਰਸ ਆਪਸ ਦੇ ਵਿੱਚ ਕੀ ਹੋਣ, ਇਕੁਅਲ ਹੋਣ। ਠੀਕ ਹੈ, ਤਾਂ ਇਹੀ 3 ਕੇਸ ਨੇ ਜੋ ਆਪਣੇ ਨੰਬਰ ਦੇ ਸਿਸਟਮ ਦੇ ਵਿੱਚ ਬਣਦੇ ਨੇ। ਹੋਰ ਇਸ ਦੇ ਵਿੱਚ ਕੁਝ ਵੀ ਨਹੀਂ ਹੈ, ਸਿੰਪਲ ਹੈ, ਈਜ਼ੀ ਹੈ, ਕੁਝ ਵੀ ਨਹੀਂ ਹੈ। ਕੋਈ ਵੀ 2 ਨੰਬਰਸ ਲੈਣੇ ਹੋ, ਜਾਂ ਤਾਂ ਇੱਕ ਨੰਬਰ ਦੂਸਰੇ ਤੋਂ ਬੜਾ ਹੋਏਗਾ ਜਾਂ ਛੋਟਾ ਹੋਏਗਾ। ਇਹਨੂੰ ਆਪਾਂ ਸਿੰਬਲ ਬੋਲਦੇ ਹਾਂ ਗ੍ਰੇਟਰ ਦੈਨ ਦਾ, ਬੜੇ ਹੋਣ ਦਾ। ਠੀਕ ਹੈ, ਇਹਨੂੰ ਆਪਾਂ ਸਿੰਬਲ ਬੋਲਦੇ ਹਾਂ ਸਮੋਲ, ਮਤਲਬ ਛੋਟਾ ਨੰਬਰ। ਠੀਕ ਹੈ, ਔਰ ਇਹ ਹੁੰਦਾ ਹੈ ਇਕੁਅਲ ਨੂੰ ਰਿਪਰਜੈਂਟ ਕਰਦਾ ਹੈ ਕਿ ਮਤਲਬ ਦੋਨੋਂ ਨੰਬਰਸ ਆਪਸ ਦੇ ਵਿੱਚ ਕੀ ਹਨ, ਬਰਾਬਰ ਹਨ। ਠੀਕ ਹੈ, ਜਿਸ ਨੂੰ ਅਗਰ ਆਪਾਂ ਪਿਓਰ ਪੰਜਾਬੀ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰੀਏ ਤਾਂ ਇਸ ਨੂੰ ਆਪਾਂ ਸਿੰਬਲ ਬੋਲਦੇ ਹਾਂ ਵੱਡਾ ਹੈ। ਠੀਕ ਹੈ ਜੀ, ਇਹ ਕਿਸ ਦਾ ਸਿੰਬਲ ਹੁੰਦਾ ਹੈ, ਛੋਟਾ ਹੈ, ਔਰ ਇਹ ਹੁੰਦਾ ਹੈ ਬਰਾਬਰ ਦਾ। ਈਜ਼ੀ, ਕਲੀਅਰ, ਸਿੰਪਲ। ਠੀਕ ਹੈ,
ਹੁਣ ਇਹ ਚੀਜ਼ਾਂ ਨਹੀਂ ਪਤਾ ਹੋਣੀਆਂ ਚਾਹੀਦੀਆਂ ਨੇ। ਹੁਣ ਇਹ ਬਹੁਤ ਇੰਨਾ ਕੁ ਜ਼ਿਆਦਾ ਬੇਸਿਕ ਹੈ, ਇੰਨਾ ਕੁ ਜ਼ਿਆਦਾ ਈਜ਼ੀ ਹੈ, ਬਟ ਸਟਿਲ ਇਹਦੇ ਫਿਰ ਵੀ ਜੇਕਰ ਤੁਸੀਂ ਰੂਲਸ ਫੋਲੋ ਕਰਨਾ ਚਾਹੁੰਦੇ ਹੋ ਤਾਂ ਰੂਲਸ ਫੋਲੋ ਕਰ ਸਕਦੇ ਹੋ, ਹੈ ਨਾ। ਬਹੁਤ ਹੀ ਜ਼ਿਆਦਾ ਸਿੰਪਲ ਜਿਹਾ ਟੌਪਿਕ ਹੈ, ਬੱਚਿਆਂ ਵਾਲਾ ਟੌਪਿਕ ਹੈ। ਹੁਣ ਸਭ ਤੋਂ ਪਹਿਲਾਂ ਤਾਂ ਅਗਰ ਆਪਾਂ ਗੱਲ ਕਰੀਏ, ਪਹਿਲਾ ਰੂਲ ਆਪਾਂ ਨੂੰ ਕੀ ਕਹਿੰਦਾ ਹੈ ਕਿ ਮੰਨ ਲਓ ਤੁਹਾਨੂੰ 2 ਨੰਬਰ ਦਿੱਤੇ ਹੋਏ ਆ, ਜਿਸ ਨੰਬਰ ਦੇ ਵਿੱਚ ਜ਼ਿਆਦਾ ਡਿਜਿਟ ਹੋਣਗੇ ਉਹ ਨੰਬਰ ਬੜਾ ਹੋਊਗਾ। ਬਹੁਤ ਹੀ ਬੇਸਿਕ ਗੱਲ ਹੈ ਨਾ। ਵੈਸੇ ਤਾਂ ਜੇਕਰ ਆਪਾਂ ਇਹਨਾਂ ਰੂਲਸ ਨੂੰ ਨਾ ਫੋਲੋ ਕਰੀਏ, ਸਿੱਧਾ ਹੀ ਸੋਚੀਏ ਸਮਝੀਏ ਤਾਂ ਆਪਾਂ ਆਰਾਮ ਨਾਲ ਕੁਐਸਚਨ ਕਰ ਸਕਦੇ ਹਾਂ, ਬਟ ਸਟਿਲ ਫਿਰ ਵੀ ਕਹਿੰਦੇ ਜੇਕਰ ਤੁਸੀਂ 2 ਨੰਬਰਸ ਦਾ ਕੰਪੈਰੀਜ਼ਨ ਕਰ ਰਹੇ ਹੋ ਤੇ ਕੰਪੈਰੀਜ਼ਨ ਕਰਦੇ ਹੋਏ ਦੇਖਦੇ ਹੋ ਕਿ ਜਿਸ ਨੰਬਰ ਦੇ ਵਿੱਚ ਜ਼ਿਆਦਾ ਡਿਜਿਟ ਨੇ, ਜ਼ਿਆਦਾ ਅੰਕ ਨੇ, ਉਹ ਨੰਬਰ ਬੜਾ ਹੋਏਗਾ। ਠੀਕ ਹੈ। ਫੋਰ ਐਗਜ਼ਾਮਪਲ ਮੇਰੇ ਕੋਲ ਇੱਥੇ ਕੁਛ ਵੀ ਨੰਬਰ ਹੈ ਔਰ ਇੱਥੇ ਮੇਰੇ ਕੋਲ ਕੁਛ ਵੀ ਨੰਬਰ ਹੈ। ਠੀਕ ਹੈ, ਮੈਂ ਇੱਥੇ ਦੇਖ ਪਾ ਰਹੀ ਹਾਂ, ਮੈਨੂੰ ਪੁੱਛ ਲਿਆ ਕਿ ਦੱਸੋ ਜੀ ਇਹਨਾਂ ਦੋਨਾਂ ਦੇ ਵਿੱਚ ਕਿਹੜਾ ਸਿੰਬਲ ਯੂਜ਼ ਹੋਏਗਾ, ਕਿਹੜਾ ਨੰਬਰ ਕਿਹੜੇ ਨੰਬਰ ਤੋਂ ਗ੍ਰੇਟਰ ਹੈ। ਵੈਰੀ ਵੈਰੀ ਬੇਸਿਕ ਕਿ ਅਗਰ ਆਪਾਂ ਰੂਲ ਦੇ ਅਕੋਰਡਿੰਗ ਚੱਲੀਏ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਇੱਥੇ ਮੇਰੇ ਕੋਲ 5 ਡਿਜਿਟ ਨੇ, 5 ਅੰਕ ਨੇ। ਠੀਕ ਹੈ ਜੀ, ਔਰ ਇੱਥੇ ਮੇਰੇ ਕੋਲ 4 ਡਿਜਿਟ ਨੇ, 4 ਅੰਕ ਨੇ, ਤਾਂ ਵੈਰੀ ਕਲੀਅਰ ਕਿ ਇਹ ਨੰਬਰ ਮੇਰੇ ਕੋਲ ਬੜਾ ਹੋਏਗਾ। ਠੀਕ ਹੈ, ਬਟ ਅਗਰ ਆਪਾਂ ਰੂਲ ਨੂੰ ਫੋਲੋ ਨਹੀਂ ਕਰਦੇ, ਆਪਣੇ ਪ੍ਰੈਕਟੀਕਲ ਦਿਮਾਗ ਨਾਲ ਚੱਲਦੇ ਹਾਂ ਤਾਂ ਵੀ ਬਹੁਤ ਸੌਖਾ ਹੈ। ਇਹ ਮੇਰੇ ਕੋਲ 24,628 ਹੈ, ਇਹ ਮੇਰੇ ਕੋਲ 4,639 ਹੈ, ਤਾਂ ਵੈਰੀ ਕਲੀਅਰ 24,000 ਬੜਾ ਹੋਏਗਾ ਜਾਂ 4,000 ਬੜਾ ਹੋਊਗਾ। ਆਪਾਂ ਨੂੰ ਪਤਾ ਹੈ ਕਿ 24,000 ਹੀ ਗ੍ਰੇਟਰ ਹੋਏਗਾ, ਉਸੇ ਵੱਲ ਹੀ ਆਪਣੇ ਕੋਲ ਜੋ ਸਿੰਬਲ ਹੈ ਉਸਦਾ ਮੂੰਹ ਖੁੱਲਾ ਹੋਏਗਾ, ਹੈ ਨਾ। ਤਾਂ ਪਹਿਲਾ ਰੂਲ ਤਾਂ ਇਹ ਹੋ ਜਾਂਦਾ ਹੈ। ਇਹ ਮੈਂ ਲਿਖ ਨਹੀਂ ਰਹੀ ਕਿਉਂਕਿ ਬਹੁਤ ਬੇਸਿਕ ਹੈ, ਤੁਸੀਂ ਅਗਰ ਨੋਟਸ ਬਣਾ ਰਹੇ ਹੋ ਤਾਂ ਮੇਰੇ ਬੋਲਣ ਦੇ ਅਕੋਰਡਿੰਗ ਤੁਸੀਂ ਲਿਖ ਸਕਦੇ ਹੋ। ਠੀਕ ਹੈ, ਹੁਣ ਇੱਥੇ ਕੁਐਸਚਨ ਆ ਜਾਂਦਾ ਹੈ ਕਿ ਜੇਕਰ ਇਹ ਤਾਂ ਹੈਗਾ ਸੀ ਪਹਿਲਾ ਰੂਲ, ਚਲੋ ਲਿਖ ਹੀ ਰਹਿੰਦੇ ਹਾਂ। ਪਹਿਲੇ ਰੂਲ ਦੇ ਵਿੱਚ ਕੀ ਸੀ ਕਿ ਜਿਹਦੇ ਵਿੱਚ ਨੰਬਰ ਆਫ ਡਿਜਿਟ ਜ਼ਿਆਦਾ ਹੋਣਗੇ, ਜਿਹਦੇ ਵਿੱਚ ਨੰਬਰ ਆਫ ਡਿਜਿਟ ਜ਼ਿਆਦਾ ਹੋਣਗੇ ਉਹ ਨੰਬਰ ਹੀ ਕੀ ਹੋਏਗਾ, ਗ੍ਰੇਟਰ ਹੋਏਗਾ। ਠੀਕ ਹੈ, ਚਲੋ ਠੀਕ ਹੈ। ਹੁਣ ਸੈਕਿੰਡ ਕੁਐਸਚਨ ਆਪਣੇ ਮਨ ਦੇ ਵਿੱਚ ਇਹ ਅਰਾਈਜ਼ ਹੁੰਦਾ ਹੈ ਕਿ ਜੇਕਰ ਨੰਬਰ ਆਫ ਡਿਜਿਟ ਬਰਾਬਰ ਹੋਣ, ਮਤਲਬ ਇੱਧਰ ਵੀ 4 ਡਿਜਿਟ ਹੋਣ ਤੇ ਇੱਧਰ ਵੀ 4 ਡਿਜਿਟ ਹੋਣ, ਫਿਰ ਆਪਾਂ ਕੀ ਕਰਾਂਗੇ। ਜਿੱਥੇ ਨੰਬਰ ਆਫ ਡਿਜਿਟ ਇਕੁਅਲ ਹੋਣ, ਡਿਜਿਟ ਮਤਲਬ ਅੰਕ, ਜਿੱਥੇ ਨੰਬਰ ਆਫ ਡਿਜਿਟਸ ਇਕੁਅਲ ਹੋਣ, ਮੀਨਸ ਟੂ ਸੇ ਅਗਰ ਆਪਾਂ ਇੱਥੇ ਕੋਈ ਨੰਬਰ ਲੈਂਦੇ ਹਾਂ, ਇੱਥੇ ਵੀ ਮੇਰੇ ਕੋਲ 5 ਡਿਜਿਟਸ ਨੇ ਔਰ ਇੱਥੇ ਵੀ ਮੇਰੇ ਕੋਲ 5 ਡਿਜਿਟ ਨੇ, ਤਾਂ ਹੁਣ ਆਪਾਂ ਇੱਥੇ ਕੀ ਕਰੀਏ, ਕਿਹੜਾ ਨੰਬਰ ਆਪਾਂ ਗ੍ਰੇਟਰ ਲੈ ਕੇ ਚੱਲੀਏ ਔਰ ਕਿਹੜਾ ਸਮਾਲ ਲੈ ਕੇ ਚੱਲੀਏ। ਹੁਣ ਇਸ ਕੇਸ ਦੇ ਵਿੱਚ ਆਪਾਂ ਨੇ ਸੋਚਣਾ ਹੈ ਕਿ ਸਭ ਤੋਂ ਪਹਿਲਾ ਅੰਕ ਦੇਖੋ, ਸਭ ਤੋਂ ਪਹਿਲਾ ਅੰਕ ਮਤਲਬ ਸਭ ਤੋਂ ਆਪਾਂ ਕਹਿ ਦਿੰਦੇ ਹਾਂ ਖੱਬੇ ਹੱਥ ਵਾਲਾ, ਹੈ ਨਾ। ਤਾਂ ਸਭ ਤੋਂ ਪਹਿਲਾ ਅੰਕ ਇੱਥੇ ਕਿਹੜਾ ਹੈ, 4 ਹੈ, ਇੱਥੇ ਕਿਹੜਾ ਹੈ, 6 ਹੈ। ਦੈਨ ਇੱਥੇ ਆਪਾਂ ਨੇ ਚੈੱਕ ਕਰਨਾ ਹੈ ਸਭ ਤੋਂ ਫਸਟ ਡਿਜਿਟ, ਫਸਟ ਡਿਜਿਟ ਨੂੰ ਚੈੱਕ ਕਰਨਾ ਹੈ। ਜਿੱਥੇ ਤੁਹਾਡਾ ਫਸਟ ਡਿਜਿਟ ਗ੍ਰੇਟਰ ਹੋਏਗਾ, ਵੱਡਾ ਹੋਏਗਾ, ਉਹੀ ਨੰਬਰ ਤੁਹਾਡਾ ਗ੍ਰੇਟਰ ਨੰਬਰ ਹੋਊਗਾ। ਠੀਕ ਹੈ, ਨਾਓ ਉਂਝ ਵੀ ਜੇਕਰ ਆਪਾਂ ਸੋਚ ਕੇ ਦੇਖੀਏ, ਇੱਥੇ ਮੇਰੇ ਕੋਲ ਕੀ ਬਣ ਰਿਹਾ, 46,000 ਬਣ ਰਿਹਾ ਔਰ ਇੱਥੇ ਮੇਰੇ ਕੋਲ 64,000 ਬਣ ਰਿਹਾ। ਹੁਣ ਜਿਹੜਾ ਨੰਬਰ ਵੱਡਾ ਹੈ ਉਹੀ ਨੰਬਰ ਮੇਰੇ ਕੋਲ ਕੀ ਹੋਏਗਾ, ਗ੍ਰੇਟਰ ਹੋਏਗਾ। ਮੀਨਸ ਫਸਟ ਡਿਜਿਟ ਨੂੰ ਚੈੱਕ ਕਰ ਲਓ। ਕਲੀਅਰ ਹੈ ਜੀ, ਇਹ ਸੀਗਾ ਆਪਣਾ ਸੈਕਿੰਡ ਰੂਲ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਹੋਰ ਕਿਹੜਾ ਰੂਲ ਹੈ ਇਹਦੇ ਵਿੱਚ, ਕਿ ਕਈ ਵਾਰੀ ਕੀ ਹੁੰਦਾ ਦੋਨੋਂ ਜਗ੍ਹਾ ਦੇ ਉੱਪਰ ਸੇਮ ਡਿਜਿਟ ਹੁੰਦਾ। ਹੁਣ ਤੁਸੀਂ ਕਹੋ ਇਹ ਵੀ ਠੀਕ ਹੈ, ਪਰ ਜੇਕਰ ਦੋਨਾਂ ਦਾ ਫਸਟ ਡਿਜਿਟ ਸੇਮ ਹੋਇਆ ਫਿਰ ਆਪਾਂ ਕੀ ਕਰਾਂਗੇ। ਤਾਂ ਜੇਕਰ ਦੋਨਾਂ ਦਾ ਫਸਟ ਡਿਜਿਟ ਸੇਮ ਹੋਇਆ, ਮਤਲਬ ਨੰਬਰ ਆਫ ਡਿਜਿਟ ਵੀ ਸੇਮ ਹੋਏ ਐਂਡ ਫਸਟ ਡਿਜਿਟ ਵੀ ਸੇਮ ਹੋਇਆ, ਤਾਂ ਉਸ ਕੇਸ ਦੇ ਵਿੱਚ ਆਪਾਂ ਕੀ ਕਰਾਂਗੇ, ਦੋਨੋਂ ਹੀ ਕੀ ਹੋ ਜਾਣਗੇ, ਸੇਮ ਹੋ ਜਾਣਗੇ। ਤਾਂ ਉਸ ਕੇਸ ਦੇ ਵਿੱਚ ਕੀ ਕਰਾਂਗੇ, ਫੋਰ ਐਗਜ਼ਾਮਪਲ ਇੱਥੇ ਕੋਈ ਵੀ ਇੱਕ ਐਗਜ਼ਾਮਪਲ ਲੈ ਲਓ, ਇਸ ਐਗਜ਼ਾਮਪਲ ਨੂੰ ਹੀ ਥੋੜ੍ਹਾ ਜਿਹਾ ਮੋਡੀਫਾਈ ਕਰ ਦਿੰਦੇ ਹਾਂ। ਠੀਕ ਹੈ, ਤੇ ਜਦੋਂ ਆਪਾਂ ਨੇ ਦੇਖਿਆ ਕਿ ਨੰਬਰ ਆਫ ਡਿਜਿਟ ਇਕੁਅਲ ਹੈ, ਪਹਿਲਾ ਰੂਲ ਨਹੀਂ ਕੰਮ ਕੀਤਾ। ਫਿਰ ਆਪਾਂ ਨੇ ਪਹਿਲੇ ਡਿਜਿਟ ਵੱਲ ਨਜ਼ਰ ਮਾਰੀ, ਉਹ ਵੀ ਨਹੀਂ ਕੰਮ ਕੀਤਾ। ਫਿਰ ਆਪਾਂ ਜਾਵਾਂਗੇ ਸੈਕਿੰਡ ਡਿਜਿਟ ਵੱਲ। ਚਲੋ ਜੇਕਰ ਫਸਟ ਡਿਜਿਟ ਦਾ ਨਹੀਂ ਪਤਾ ਲੱਗਦਾ ਤਾਂ ਸੈਕਿੰਡ ਡਿਜਿਟ ਨੂੰ ਚੈੱਕ ਕਰੋ। ਜਿੱਥੇ ਸੈਕਿੰਡ ਡਿਜਿਟ ਗ੍ਰੇਟਰ ਹੋਏਗਾ ਉੱਥੇ ਸੈਕਿੰਡ ਡਿਜਿਟ ਵਾਲਾ ਨੰਬਰ ਗ੍ਰੇਟਰ ਹੋ ਜਾਊਗਾ। ਜੇ ਸੈਕਿੰਡ ਡਿਜਿਟ ਵੀ ਸੇਮ ਹੈ ਤਾਂ ਥਰਡ ਡਿਜਿਟ ਨੂੰ ਚੈੱਕ ਕਰੋ, ਜੇ ਥਰਡ ਡਿਜਿਟ ਵੀ ਸੇਮ ਹੈ ਤਾਂ ਫੋਰਥ ਡਿਜਿਟ ਨੂੰ ਚੈੱਕ ਕਰੋ। ਇਸ ਤਰੀਕੇ ਨਾਲ ਅਪ ਟੂ ਸੋਨ ਤੁਹਾਡਾ ਸਾਰਾ ਪ੍ਰੋਸੈਸ ਚੱਲਦਾ ਜਾਊਗਾ। ਠੀਕ ਹੈ, ਕਲੀਅਰ ਹੈ, ਸਿੰਪਲ, ਈਜ਼ੀ ਐਂਡ ਅੰਡਰਸਟੈਂਡਿੰਗ। ਪ੍ਰੈਕਟੀਕਲ ਵੇ ਨਾਲ ਤੁਸੀਂ ਕਰਦੇ ਹੋ ਤਾਂ ਫਿਰ ਤਾਂ ਤੁਹਾਨੂੰ ਸਮਝਾਉਣ ਦੀ ਜ਼ਰੂਰਤ ਹੈ ਹੀ ਨਹੀਂ, ਬਟ ਫਿਰ ਵੀ ਕਿਤੇ ਨਾ ਕਿਤੇ ਜੇਕਰ ਕਨਫਿਊਜ਼ਨ ਹੋ ਜਾਂਦੀ ਹੈ, ਯੂ ਕੈਨ ਫੋਲੋ ਦੀਜ਼ ਰੂਲਸ। ਠੀਕ ਹੈ, ਚਲੋ ਇਹ ਸੀਗਾ ਆਪਣਾ ਟੌਪਿਕ। ਆਫਟਰ ਦਿਸ ਟੌਪਿਕ ਆਪਾਂ ਅੱਗੇ ਵਧਦੇ ਹਾਂ ਨੈਕਸਟ ਟੌਪਿਕ ਵੱਲ, ਦੈਟ ਇਜ਼ ਰਾਊਂਡਿੰਗ ਨੰਬਰਸ। ਹਾਂਜੀ,
ਨੈਕਸਟ ਟੌਪਿਕ ਇਜ਼ ਰਾਊਂਡਿੰਗ ਨੰਬਰਸ। ਰਾਊਂਡਿੰਗ ਨੰਬਰਸ ਦੇ ਵਿੱਚ ਵੀ ਕੁਝ ਰੂਲਸ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਰਾਊਂਡਿੰਗ ਨੰਬਰਸ ਹੁੰਦੇ ਕਿਵੇਂ, ਜਿਹਨੂੰ ਆਪਾਂ ਦੇਖੋ ਯਾਦ ਕਰੋ, ਆਪਾਂ ਇਹਨਾਂ ਨੂੰ ਰਾਊਂਡ ਆਫ ਵੀ ਬੋਲ ਦਿੰਦੇ ਹਾਂ, ਹੈ ਨਾ। ਰਾਊਂਡ ਆਫ ਫਾਈਂਡ ਕਰਨਾ, ਇਹਨੂੰ ਅਗਰ ਆਪਾਂ ਪੰਜਾਬੀ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰੀਏ ਤਾਂ ਕੀ ਲਿਖਾਂਗੇ, ਸੰਖਿਆਵਾਂ ਦਾ ਨਿਕਟੀਕਰਨ। ਹੁਣ ਨਾਮ ਤੋਂ ਪਤਾ ਲੱਗ ਰਿਹਾ ਨਿਕਟੀਕਰਨ ਮਤਲਬ ਜਿਹੜੀਆਂ ਨੇੜੇ ਵਾਲੇ ਨੰਬਰਸ ਨੇ ਉਹਨਾਂ ਨੂੰ ਲੱਭਣਾ। ਫੋਰ ਐਗਜ਼ਾਮਪਲ ਆਈ ਵਿਲ ਟੈਲ ਯੂ ਕਿ ਮੰਨ ਲਓ ਤੁਹਾਡੇ ਕੋਲ ਕੋਈ ਵੀ ਇੱਕ ਨੰਬਰ ਦਿੱਤਾ ਹੋਇਆ, ਉਸ ਨੰਬਰ ਨੂੰ ਆਪਾਂ ਚੈੱਕ ਕਰਨਾ ਹੈ ਕਿ ਉਸਦਾ ਜਿਹੜਾ ਵੰਸ ਵਾਲਾ ਨੰਬਰ ਹੈ, ਚਲੋ ਪਹਿਲਾਂ ਐਗਜ਼ਾਮਪਲ ਲੈਂਦੇ ਹਾਂ, ਐਵੇਂ ਪੱਲੇ ਨਹੀਂ ਪੈਣਾ, ਕੋਈ ਵੀ ਇੱਕ ਐਗਜ਼ਾਮਪਲ ਲੈ ਲਓ। ਹਾਂਜੀ, ਫੋਰ ਐਗਜ਼ਾਮਪਲ ਇੱਥੇ ਮੈਨੂੰ ਦਿੱਤਾ ਹੋਇਆ 840, ਠੀਕ ਹੈ, 840 ਨਹੀਂ 841, ਹਾਂਜੀ 841, ਠੀਕ ਹੈ। ਆਪਾਂ ਨੂੰ ਪੁੱਛ ਲਿਆ ਜਾਂਦਾ ਹੈ ਕਿ ਇਹਦਾ ਰਾਊਂਡ ਆਫ ਦੱਸੋ ਜੀ ਕਿੰਨਾ ਹੈ, ਇਹਦਾ ਰਾਊਂਡ ਆਫ ਦੱਸੋ, ਇਹਦਾ ਰਾਊਂਡਿੰਗ ਨੰਬਰ ਦੱਸੋ ਕਿੰਨਾ ਹੈ। ਤਾਂ ਆਪਾਂ ਕੀ ਕਰਾਂਗੇ, ਆਪਾਂ ਇਸ ਦੇ ਵਿੱਚ ਇਸ ਦਾ ਵਨਸ ਪਲੇਸ ਚੈੱਕ ਕਰਾਂਗੇ, ਇਸ ਦਾ ਡਿਜਿਟ ਚੈੱਕ ਕਰਾਂਗੇ ਜੋ ਵਨਸ ਨੰਬਰ ਤੇ ਹੈ। ਹੁਣ ਵਨਸ ਦੇ ਉੱਪਰ ਕਿਹੜਾ ਹੈ ਜੀ, 1 ਹੈ। ਤਾਂ ਜੇਕਰ ਤੇ ਜਿਹੜਾ ਤੁਹਾਡਾ ਵਨਸ ਪਲੇਸ ਵਾਲਾ ਨੰਬਰ ਹੈ ਇਹ 5 ਤੋਂ ਛੋਟਾ ਹੈ, ਠੀਕ ਹੈ, ਇਹ ਨੰਬਰ ਜੋ ਹੈ ਇਹ 5 ਤੋਂ ਛੋਟਾ ਹੈ, ਤਾਂ ਇਸ ਦਾ ਜੋ ਰਾਊਂਡ ਆਫ ਹੋਏਗਾ ਉਹ ਮੇਰੇ ਕੋਲ ਕੀ ਆਏਗਾ, 0 ਆਏਗਾ। ਇਟ ਮੀਨਸ ਇਸ ਦਾ ਰਾਊਂਡ ਆਫ ਮੇਰੇ ਕੋਲ ਕਿੰਨਾ ਬਣ ਗਿਆ, 840, ਠੀਕ ਹੈ। ਅਗਰ ਤੁਹਾਡੇ ਕੋਲ 842 ਹੈ ਦੈਨ ਤਾਂ ਵੀ ਮੇਰੇ ਕੋਲ ਕਿੰਨਾ ਹੋਏਗਾ ਇਸ ਦਾ ਰਾਊਂਡ ਆਫ, 840। ਜੇਕਰ 843 ਹੈ ਫਿਰ ਤਾਂ ਵੀ ਕਿੰਨਾ ਹੋਏਗਾ ਜੀ, 840। ਅਗਰ 844 ਹੈ ਮੈਮ ਤਾਂ ਵੀ 840, ਠੀਕ ਹੈ। ਬਟ ਅਗਰ ਤੁਹਾਡੇ ਕੋਲ ਆ ਜਾਂਦਾ ਹੈ 845 ਦੈਨ ਇਸ ਕੇਸ ਦੇ ਵਿੱਚ ਫਿਰ ਆਪਾਂ ਕੀ ਕਰੀਏ, ਤੁਸੀਂ ਤਾਂ ਸਾਨੂੰ ਕਿਹਾ ਵੀ 5 ਤੋਂ ਛੋਟਾ ਹੋਣਾ ਚਾਹੀਦਾ ਹੈ। ਅਗਰ 5 ਤੋਂ ਛੋਟਾ ਹੋਣਾ ਚਾਹੀਦਾ ਹੈ ਦੈਨ ਆਪਾਂ ਜਾਵਾਂਗੇ ਪਿੱਛੇ ਵੱਲ ਨੂੰ, ਠੀਕ ਹੈ, ਜਿੱਥੇ ਉਹਦਾ ਨੇੜੇ ਪੈ ਰਿਹਾ ਰਾਊਂਡ ਆਫ, ਠੀਕ ਹੈ। ਰਾਊਂਡ ਆਫ ਦਾ ਮਤਲਬ ਹੁੰਦਾ ਹੈ ਕਿ ਪੂਰੇ ਨੰਬਰਸ ਨੂੰ ਟੈਨਸ ਵਾਲੇ ਨੂੰ 0 ਬਣਾਉਣਾ, ਹੈ ਨਾ। ਚਲੋ ਹੁਣ ਜੇਕਰ ਆਪਣੇ ਕੋਲੇ ਕੋਈ ਆਪਾਂ ਨੰਬਰ ਲਿਖ ਰਹੇ ਹਾਂ ਔਰ ਇਹਦਾ ਜਿਹੜਾ ਵਨਸ ਪਲੇਸ ਵਾਲਾ ਨੰਬਰ ਹੈ ਉਹ 5 ਜਾਂ 5 ਤੋਂ ਗ੍ਰੇਟਰ ਹੈ, ਉਹ 5 ਵੀ ਹੋ ਸਕਦਾ ਹੈ ਔਰ 5 ਤੋਂ ਗ੍ਰੇਟਰ ਵੀ ਹੋ ਸਕਦਾ ਹੈ, ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲੇ ਜੋ ਨੰਬਰ ਹੈ ਉਹ ਕੀ ਹੋ ਜਾਏਗਾ, 1 ਐਡ ਹੋ ਜਾਏਗਾ, ਠੀਕ ਹੈ। ਉਸ ਦੇ ਵਿੱਚ ਕੀ ਹੋ ਜਾਏਗਾ, 1 ਐਡ ਹੋ ਜਾਏਗਾ। ਤਾਂ 845 ਦਾ ਰਾਊਂਡ ਆਫ ਕਿੰਨਾ ਹੋਏਗਾ ਜੀ, 850, ਠੀਕ ਹੈ। 846 ਦਾ ਰਾਊਂਡ ਆਫ ਕਿੰਨਾ ਹੋਏਗਾ, 850। 847 ਦਾ ਰਾਊਂਡ ਆਫ ਕਿੰਨਾ ਹੋਏਗਾ, 850 ਅਪ ਟੂ ਸੋਨ ਕਿੱਥੇ ਤੱਕ, 849 ਤੱਕ, ਠੀਕ ਹੈ। ਇਸ ਦਾ ਪ੍ਰੈਕਟੀਕਲ ਦਾ ਰੀਜ਼ਨ ਆਪਾਂ ਦੱਸਦੇ ਹਾਂ। ਜਦੋਂ ਤੁਸੀਂ ਨੰਬਰ ਲਾਈਨ ਦੇ ਉੱਪਰ ਨੰਬਰਸ ਨੂੰ ਰਿਪਰੈਜ਼ੈਂਟ ਕਰਦੇ ਹੋ ਨਾ, ਫੋਰ ਐਗਜ਼ਾਮਪਲ ਇੱਥੇ ਮੈंने ਇਹਨਾਂ ਨੂੰ ਨੰਬਰਸ ਦੇ ਉੱਪਰ ਰਿਪਰੈਜ਼ੈਂਟ ਕੀਤਾ, ਠੀਕ ਹੈ। ਨੰਬਰ ਲਾਈਨ ਦੇ ਉੱਪਰ ਨੰਬਰਸ ਨੂੰ ਰਿਪਰੈਜ਼ੈਂਟ ਕੀਤਾ, ਮੰਨ ਲਓ ਇੱਥੇ ਕੀ ਸੀਗਾ, 840, 41, 842, ਚਲੋ ਇਹ ਕੁਝ ਨੰਬਰਸ ਨੇ, ਨੰਬਰ ਲਾਈਨ ਦੇ ਉੱਪਰ ਆਪਾਂ ਇਸ ਨੂੰ ਰਿਪਰੈਜ਼ੈਂਟ ਕੀਤਾ, ਇੱਦਾਂ ਹੀ ਹੋਣਗੇ ਨਾ, ਠੀਕ ਹੈ। ਤਾਂ ਇਹ ਜਿਹੜੇ ਨੰਬਰਸ ਨੇ ਨਾ, ਇਹ ਵਾਲੇ 2 ਨੰਬਰ ਤੁਸੀਂ ਦੇਖ ਪਾ ਰਹੇ ਹੋ, ਇਹ ਵਾਲੇ 2 ਨੰਬਰ ਕੀ ਨੇ, ਰਾਊਂਡਿੰਗ ਨੰਬਰ ਨੇ, ਜਿਹਨੂੰ ਆਪਾਂ ਨੀਅਰੈਸਟ 10 ਦੇ ਰਾਊਂਡਿੰਗ ਨੰਬਰ ਬੋਲਦੇ ਆ। ਨੀਅਰੈਸਟ 10 ਦਾ ਮਤਲਬ ਹੋ ਗਿਆ ਕਿ ਵਨਸ ਵਾਲਾ ਜਿਹੜਾ ਨੰਬਰ ਹੈ ਉਹ ਕੀ ਹੋਏਗਾ, 0 ਬਣਾਉਣਾ, ਆਪਾਂ ਨੇ ਉਸਦਾ ਰਾਊਂਡਿੰਗ ਲੱਭਣਾ ਹੈ, ਠੀਕ ਹੈ, ਕਲੀਅਰ ਹੈ। ਹੁਣ ਜੇਕਰ ਆਪਾਂ ਇਸ ਦੇ ਵਿੱਚ ਗੱਲ ਕਰੀਏ ਕਿਹੜੇ ਨੰਬਰਸ ਨੇ ਜਿਹੜੇ ਕਿੱਧਰ ਜਾ ਰਹੇ ਨੇ, ਆਪਾਂ ਨੂੰ ਕਿਵੇਂ ਪਤਾ ਲੱਗ ਰਿਹਾ ਕਿ ਆਪਾਂ ਇਹ 5 6 ਦੇ ਝੰਜਟ 'ਚ ਪਏ ਹੋਏ ਆ। ਤੇ ਦੇਖੋ ਨੀਅਰੈਸਟ 10 ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਸਾਰੇ ਕਰਾਂਗੇ ਨੀਅਰੈਸਟ 100 1000, ਹੈ ਨਾ। ਪਹਿਲਾਂ ਨੀਅਰੈਸਟ 10 ਦੀ ਗੱਲ ਕਰਦੇ ਹਾਂ। ਨੀਅਰੈਸਟ 10 ਦੀ ਜੋ ਤੁਸੀਂ ਗੱਲ ਕਰਦੇ ਹੋ, ਇਹ ਵਾਲੇ ਜਿਹੜੇ ਨੰਬਰਸ ਨੇ ਇਹ ਚਾਰੋਂ ਨੰਬਰ ਕਿਸ ਦੇ ਕਲੋਜ਼ ਨੇ, 840 ਦੇ ਕਲੋਜ਼ ਨੇ, ਠੀਕ ਹੈ। ਔਰ ਅਗਲੇ 4 ਨੰਬਰ ਕਿਸ ਦੇ ਕਲੋਜ਼ ਹੋ ਜਾਂਦੇ ਨੇ, ਇਹ ਨੰਬਰਸ 850 ਦੇ ਕਲੋਜ਼ ਹੋ ਜਾਂਦੇ ਨੇ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ। ਨੀਅਰੈਸਟ 10 ਦੇ ਵਿੱਚ ਕੀ ਹੁੰਦਾ ਹੈ, ਜੇਕਰ ਤੁਹਾਡਾ ਵਨਸ ਵਾਲਾ ਨੰਬਰ
5 ਤੋਂ ਛੋਟਾ ਹੈ ਤਾਂ ਫਿਰ ਆਪਾਂ ਪਿੱਛੇ ਜਾਵਾਂਗੇ, ਲੈਫਟ ਹੈਂਡ ਸਾਈਡ ਜਾਵਾਂਗੇ, ਲੈਫਟ ਹੈਂਡ ਸਾਈਡ ਜਾ ਕੇ ਦੇਖਾਂਗੇ ਵੀ ਕਿਹੜਾ ਉਸਦਾ ਰਾਉਂਡ ਆਫ ਬਣ ਰਿਹਾ ਹੈ, ਠੀਕ ਹੈ। ਔਰ ਜੇਕਰ ਤੁਹਾਡਾ ਵਨਸ ਵਾਲਾ ਨੰਬਰ 5 ਜਾਂ 5 ਤੋਂ ਗ੍ਰੇਟਰ ਹੈ, 5 ਔਰ 5 ਤੋਂ ਗ੍ਰੇਟਰ ਹੈ, ਤਾਂ ਉਸ ਕੇਸ ਦੇ ਵਿੱਚ ਆਪਾਂ ਰਾਈਟ ਵੱਲ ਜਾਵਾਂਗੇ ਔਰ ਰਾਈਟ ਵੱਲ ਦੇ ਵਿੱਚ ਜਾ ਕੇ ਦੇਖਾਂਗੇ ਵੀ ਉਸਦਾ ਰਾਉਂਡ ਆਫ ਕਿਹੜਾ ਬਣ ਰਿਹਾ। ਈਜ਼ੀ, ਕਲੀਅਰ, ਅੰਡਰਸਟੈਂਡਿੰਗ ਹੈ, ਠੀਕ ਹੈ। ਉਮੀਦ ਹੈ ਕਲੀਅਰ ਹੋਊਗੀ। ਇਹਨੂੰ ਆਪਾਂ ਬੋਲ ਦਿੰਦੇ ਹਾਂ ਵੀ ਆਪਾਂ ਡਾਊਨਵਰਡ ਜਾ ਰਹੇ ਹਾਂ ਔਰ ਇਹਨੂੰ ਆਪਾਂ ਬੋਲ ਦਿੰਦੇ ਹਾਂ ਵੀ ਆਪਾਂ ਅਪਵਰਡ ਜਾ ਰਹੇ ਹਾਂ। ਬਸ ਇਹ ਚੀਜ਼ ਹੈ, ਹੋਰ ਕੁਝ ਨਹੀਂ ਹੈਗਾ ਰਾਉਂਡਿੰਗ ਆਫ ਦੇ ਵਿੱਚ, ਠੀਕ ਹੈ। ਰੂਲ ਨੰਬਰ 2, ਰੂਲ ਨੰਬਰ 2 ਦੇ ਵਿੱਚ ਆ ਜਾਓ ਜੀ। ਇਸ ਦੇ ਵਿੱਚ ਹੁਣ ਆਪਾਂ ਨੇ ਟੈਂਸ ਦੇ ਰਾਉਂਡ ਆਫ ਦੀ ਗੱਲ ਨਹੀਂ ਕਰਨੀ, ਆਪਾਂ ਨੇ ਗੱਲ ਕਰਨੀ ਹੈ 100 ਦੇ ਰਾਉਂਡ ਆਫ ਦੀ, ਠੀਕ ਹੈ। ਰੂਲ ਟੂ ਫਾਈਂਡ round a number to nearest 100, ठीक है जी, to nearest 100। उत्थे सी हाँ जी, उत्थे सीगा अपने कोल नीयरेस्ट 10, इत्थे है अपने कोल नीयरेस्ट 100। सो उस तो बाद आप चलते हैं अगे। हुण नीयरेस्ट 100 का मतलब की हो गया, देखो हुण इस दे विच आपां फाइंड करना है। हुण उत्थे तां आपां लास्ट वंस डिजिट देखिया सी, इत्थे आपां देखिया करांगे टेंस डिजिट, है ना। जदों आपां 100 की गल करते हैं तो आपां किहड़ा डिजिट देखना हुंदा, टेंस डिजिट देखना हुंदा। फॉर एग्जाम्पल इत्थे मेरे कोल कोई एक पर्टिकुलर नंबर दिता होया, दैट इज़ 4 5 3 2, ठीक है। तो जो तुसी नीयरेस्ट 100 फाइंड करना है तो तुसी केड़ा डिजिट देखना है, तुसी टेंस डिजिट नू देखना है। तो सेम वही रूल फॉलो करना है। टेंस डिजिट का जोड़ा नंबर है, जेकर वो 5 तो छोटा है, इफ इट इज़ लैस दैन 5, दैन अपने कोल केड़े केड़े इहदे विच राउंड ऑफ बननगे वो इहदे विच आपां समझदे हां। दैन अपने कोल इहदे विच बननगे 4500, ठीक है। चाहे वो 31 है, चाहे वो 32 है, चाहे वो 41 है, चाहे वो 42 है, डजन मैटर। जो भी ये नंबर बननगे वो की बननगे 4500 बननगे। इफ जेकर थोड़े कोल ये जिहड़ा नंबर है इसका टेंस वाला जो डिजिट है, ये टेंस वाला डिजिट थोड़े कोल की है 5 है ਜਾਂ 5 ਤੋਂ ग्रेटर है, इन दिस केस ਤੁਹਾਡੇ ਕੋਲ ਕੀ ਹੋ ਜਾਇਆ ਕਰੇਗਾ, इस तो पहला वाले एक डिजिट ਦੇ ਵਿੱਚ 100 प्लेस वाले डिजिट ਦੇ ਵਿੱਚ 1 ਐਡ, ਤਾਂ ਤੁਹਾਡੇ ਕੋਲ ਕੀ ਰਿਜ਼ਲਟ ਨਿਕਲ ਕੇ ਆਏਗਾ ਜੀ, ਮੇਰਾ ਰਾਉਂਡ ਆਫ ਇਹ ਹੈ, ठीक है। ਹੁਣ ਇੱਥੇ ਸਿਰਫ ਇੱਕ ਗਿਣਤੀ ਨਹੀਂ ਬਣਦੀ, ਇੱਥੇ 1 ਤੋਂ ਲੈ ਕੇ 100 ਤੱਕ ਸਾਰੇ ਡਿजिट ਆ ਜਾਣਗੇ, 1 2 3 4 5 6 7 30 50 30 मतलब 50 ਤੋਂ ਛੋਟੇ ਛੋਟੇ, है ना। और उस तो बाद आफ्टर 50 सारे इस दे विच 4600 ਦੇ क्लोज होणगे, ठीक है। सो यू कैन से नैक्सट पेज से थोड़ा साफिया करके लिख सकते हैं। यू कैन से कि जेकर तुहाडे कोल कोई भी नंबर, ठीक है, कोई भी मतलब एक नंबर दिता होया है और वह किहदे नाल एंड हो रहा है, वह एंड हो रहा है 1 तो लैके 49 तक, ਤਾਂ अपने कोल की होएगा, आपां की जावांगे डाउनवर्ड जावांगे। और डाउनवर्ड जाने का मैथड मैं तुहानूं दस दिता कि की होएगा, जिन्ना अपने कोल डिजिट है बाकी पिछे दोनों जीरोज़ और वही राउंड ऑफ आ जाएगा, जिमें कि इहदा की आ गया सी 4500 आ गया सी, ठीक है। उस तो बाद अगर आप गल करिए, जेकर तुहाडे कोल एंड किहदे नाल हो रहा है 50 तो लैके 99 तक हो रहा है, तो फिर आपने की करना है, अपवर्ड जाना है। अपवर्ड जाने का भी मैं तुहानूं दसदा सी कि अगला जो है वो आ जाएगा, ठीक है जी, उसका राउंड ऑफ कितना आ जाएगा 4600 आ जाएगा। क्लियर है, उम्मीद है क्लियर होगी, ठीक है।
ਅੱਗੇ ਚੱਲਦੇ ਹਾਂ। ਸਿਮਿਲਰਲੀ ਯੂ ਕੈਨ ਫਾਈਂਡ ਦ ਨੀਅਰੈਸਟ 1000 ਸੌਰੀ ਰੂਲ ਟੂ round a number to nearest 1000। ਹੁਣ ਸੇਮ ਸਾਰਾ ਪ੍ਰੋਸੈਸ ਹੈ ਬਟ ਇਹ ਕਿਸ ਦੇ ਅਕੋਰਡਿੰਗ ਹੋਏਗਾ 1000 ਦੇ ਅਕੋਰਡਿੰਗ ਹੋਏਗਾ। 1000 ਦੇ ਅਕੋਰਡਿੰਗ ਆਪਾਂ ਨੇ ਕਿੰਨੇ ਡਿਜਿਟ ਦੇਖਣੇ ਹੁੰਦੇ ਆ ਜੀ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਕਿਹੜਾ ਡਿਜਿਟ ਦੇਖਣਾ ਹੁੰਦਾ। ਆਪਾਂ ਨੇ 1000 ਦੇ ਅਕੋਰਡਿੰਗ ਦੇਖਣਾ ਹੁੰਦਾ 100th ਪਲੇਸ ਵਾਲਾ ਡਿਜਿਟ, ਔਰ 100th ਪਲੇਸ ਵਾਲਾ ਡਿਜਿਟ ਕਿਹੜਾ ਹੋਏਗਾ ਜੀ, ਇਹ ਵਾਲਾ ਹੋਏਗਾ। ਸਿਮਿਲਰਲੀ ਸਾਰਾ ਪ੍ਰੋਸੈਸ ਸੇਮ ਹੈ। ਇਫ ਇਟ ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ 5 ਦੈਨ ਆਪਾਂ ਕੀ ਕਰਾਂਗੇ, ਇਸ ਦੇ ਵਿੱਚ 1 ਐਡ ਕਰ ਦੇਵਾਂਗੇ ਔਰ ਆਪਣੇ ਕੋਲ ਕੀ ਆ ਜਾਏਗਾ, ਰਾਊਂਡ ਆਫ ਆ ਜਾਏਗਾ। ਠੀਕ ਹੈ, ਬਟ ਅਗਰ ਜਿਹੜਾ ਇਹ ਨੰਬਰ ਹੈ, ਇੱਥੇ ਤੁਸੀਂ 8 ਕਰ ਲਓ ਕਿਉਂਕਿ ਇਹ ਗ੍ਰੇਟਰ ਦੈਨ ਹੈ। ਠੀਕ ਹੈ, ਅਗਰ ਤੁਹਾਡੇ ਕੋਲ ਇਹ ਜਿਹੜਾ ਨੰਬਰ ਹੈ ਇਹ ਜੋ ਹੈ ਉਹ 5 ਤੋਂ ਛੋਟਾ ਹੈ, ਤਾਂ ਇਸ ਕੇਸ ਦੇ ਵਿੱਚ ਤੁਹਾਡੇ ਕੋਲ ਕੀ ਆ ਜਾਏਗਾ, ਰਾਊਂਡ ਆਫ 15000 ਹੀ ਆ ਜਾਏਗਾ। ਕਲੀਅਰ ਹੈ, ਰਾਊਂਡ ਆਫ ਫਾਈਂਡ ਕਰਨਾ ਸਮਝ ਆਇਆ। ਈਜ਼ੀ ਹੈ, ਸਿੰਪਲ ਹੈ, ਕੁਛ ਵੀ ਇਹਦੇ ਵਿੱਚ ਮੁਸ਼ਕਿਲ ਨਹੀਂ ਹੈਗਾ। ਸਟਿਲ ਕਿਸੇ ਨੂੰ ਕੋਈ ਵੀ ਡਾਊਟ ਹੈ ਯੂ ਕੈਨ ਆਸਕ ਇਨ ਦ ਕਮੈਂਟ ਸੈਕਸ਼ਨ, ਔਰ ਤੁਹਾਡਾ ਰਿਪਲਾਈ ਜ਼ਰੂਰ ਕੀਤਾ ਜਾਊਗਾ, ਜਾਂ ਫਿਰ ਨੈਕਸਟ ਕਲਾਸ ਦੇ ਵਿੱਚ ਮੈਂ ਐਕਸਪਲੇਨ ਦੁਬਾਰਾ ਜ਼ਰੂਰ ਕਰ ਦੂੰਗੀ। ਠੀਕ ਹੈ, ਬੇਸਿਕ ਹੈ। ਠੀਕ ਹੈ ਜੀ, ਰਾਊਂਡ ਆਫ ਦੇ ਕੁਐਸਚਨ ਬਣਦੇ ਆ ਪੇਪਰ 1 ਦੇ ਵਿੱਚ। ਠੀਕ ਹੈ, ਚਲੋ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਇਸ ਟੌਪਿਕ ਨੂੰ ਖਤਮ ਕਰਨਾ ਅੱਜ ਆਪਾਂ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਰੋਮਨ ਸਿਸਟਮ ਬਾਰੇ। ਦੇਖੋ ਆਪਾਂ ਨੇ ਆਲਰੇਡੀ 2 ਸਿਸਟਮ ਪੜ੍ਹ ਚੁੱਕੇ ਹਾਂ ਆਪਾਂ। ਠੀਕ ਹੈ, ਹੁਣ ਆਪਾਂ ਪੜ੍ਹਨ ਚੱਲੇ ਹਾਂ ਤੀਸਰਾ ਸਿਸਟਮ। ਕਿਹੜੇ 2 ਸਿਸਟਮ ਆਪਾਂ ਪੜ੍ਹ ਲਏ ਨੇ, ਆਪਾਂ ਪੜ੍ਹ ਲਿਆ ਹੈ ਇੰਟਰਨੈਸ਼ਨਲ ਸਿਸਟਮ ਐਂਡ ਇੰਡੀਅਨ ਸਿਸਟਮ। ਠੀਕ ਹੈ, ਹੁਣ ਆਪਾਂ ਗੱਲ ਕਰਨ ਲੱਗੇ ਹਾਂ ਰੋਮਨ ਸਿਸਟਮ ਦੀ। ਇਹਨੂੰ ਪੰਜਾਬੀ ਦੇ ਵਿੱਚ ਹੀ ਵੀ ਰੋਮਨ ਸਿਸਟਮ ਹੀ ਬੋਲਦੇ ਨੇ। ਠੀਕ ਹੈ, ਰੋਮਨ ਕਾਊਂਟਿੰਗ ਜਿਹਨੂੰ ਜਿਵੇਂ ਤੁਸੀਂ ਮੋਸਟਲੀ ਦੇਖਿਆ ਹੋਏਗਾ, ਕਈ ਵਾਰੀ ਆਪਾਂ ਲਿਖਦੇ ਕਿੱਦਾਂ ਲਿਖ ਦਿੰਦੇ ਹਾਂ 1 2 3 4 ਲਿਖਿਆ ਜਾਂਦਾ ਹੈ ਕੁਝ ਇਸ ਤਰੀਕੇ ਨਾਲ। ਠੀਕ ਹੈ, 5 ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ 20 ਦੇ ਨਾਲ। ਠੀਕ ਹੈ ਜੀ, ਔਰ 6 ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਇਸ ਤਰੀਕੇ ਨਾਲ। ਇਹ ਸਾਰੀ ਕਾਊਂਟਿੰਗ ਹੈ, ਮਤਲਬ ਇਹ ਆਪਾਂ ਨੰਬਰਸ ਦੇ ਵਿੱਚ ਨਹੀਂ, ਇਹ ਆਪਾਂ ਜਿਹੜੀ ਮੈंने ਕਾਊਂਟਿੰਗ ਲਿਖੀ ਹੈ ਇਹ ਰੋਮਨਸ ਦੇ ਵਿੱਚ ਲਿਖੀ ਹੈ। ਠੀਕ ਹੈ, ਇਹ ਹੈ 1 ਨੂੰ ਰਿਪਰੈਜ਼ੈਂਟ ਕਰਨ ਦਾ ਤਰੀਕਾ, ਇਹ 2 ਹੈ 3 ਹੈ। ਠੀਕ ਹੈ, ਔਰ ਜਦੋਂ 4 ਆ ਜਾਂਦਾ ਤਾਂ 4 ਨੂੰ ਕਦੇ ਵੀ 4 ਉਹਦੇ ਨਾਲ ਨਹੀਂ ਲਿਖਿਆ ਜਾਂਦਾ, 4 ਵਾਰ ਲਾਈਨ ਲਗਾ ਕੇ ਨਹੀਂ ਲਿਖਿਆ ਜਾਂਦਾ। 4 ਹਮੇਸ਼ਾ ਲਿਖਿਆ ਜਾਂਦਾ ਹੈ 5 ਤੋਂ 1 ਘੱਟ। 5 ਤੋਂ 1 ਘੱਟ ਦਾ ਮਤਲਬ ਜੋ ਤੁਸੀਂ ਇੱਕ ਨੰਬਰ ਨੂੰ 20 ਤੋਂ ਮੂਹਰੇ ਲਿਖ ਦੋਗੇ ਤਾਂ ਉਹ 5 ਤੋਂ 1 ਘੱਟ ਬਣ ਜਾਏਗਾ। ਠੀਕ ਹੈ, ਦਿਸ ਇਜ਼ 5 5 + 1 6 + 2 7 + 3 8। ਤਾਂ ਜਿਹੜਾ 1 ਹੈ ਉਹ ਮੈਕਸਿਮਮ 3 ਟਾਈਮਸ ਹੀ ਲਿਖਿਆ ਜਾ ਸਕਦਾ ਹੈ, ਇਸ ਤੋਂ ਵੱਧ ਨਹੀਂ ਲਿਖਿਆ ਜਾ ਸਕਦਾ। ਠੀਕ ਹੈ, ਔਰ ਜਦੋਂ 9 ਦੀ ਗੱਲ ਆਉਂਦੀ ਹੈ ਤਾਂ 9 ਨੂੰ 10 - 1 ਕਰਕੇ ਲਿਖਿਆ ਜਾਂਦਾ ਹੈ, 10 ਤੋਂ 1 ਘੱਟ। ਠੀਕ ਹੈ, ਦਿਸ ਇਜ਼ 9 ਦਿਸ ਇਜ਼ 10 ਅਪ ਟੂ 100 ਕਾਊਂਟਿੰਗ ਚੱਲਦੀ ਰਹਿੰਦੀ ਹੈ, ਇਹਦੇ ਵਿੱਚ ਕੁਝ ਵੀ ਜੋ ਹੈ ਰਿਪੀਟ ਨਹੀਂ ਹੁੰਦਾ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਕਾਊਂਟਿੰਗ ਜੋ ਹੈ ਰੋਮਨ ਕਾਊਂਟਿੰਗ ਉਹ ਲਿਖਦੇ ਹਾਂ। ਇਹਦੇ ਵਿੱਚ ਮੇਨ ਸਿੰਬਲ ਕਿਹੜੇ ਆ ਵੀ ਕਿਹਨੂੰ ਕਿੱਦਾਂ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਜ਼ਿਆਦਾਤਰ ਜਿਹੜੇ ਆਪਾਂ ਪਜ਼ਲ ਹੁੰਦੇ ਆ ਉਹ ਸਾਰੇ ਦੱਸ ਦੇਣੀ ਆ ਮੈਂ ਤੁਹਾਨੂੰ। ਅਗਰ ਆਪਾਂ ਗੱਲ ਕਰੀਏ ਆਪਾਂ 1 ਨੂੰ ਕਿੱਦਾਂ ਲਿਖਦੇ ਹਾਂ, 1 ਨੂੰ ਆਪਾਂ ਲਿਖਦੇ ਹਾਂ I ਦੇ ਨਾਲ, 1 ਦੇ ਨਾਲ, ਹੈ ਨਾ। ਉਸ ਤੋਂ ਬਾਅਦ 1 2 ਕਿੱਦਾਂ ਲਿਖਿਆ ਜਾਂਦਾ ਹੈ, 2 ਵਾਰੀ ਲਗਾ ਦਿਓ ਜੀ। 3 ਕਿੱਦਾਂ ਲਿਖਿਆ ਜਾਂਦਾ ਹੈ, 3 ਵਾਰ। ਠੀਕ ਹੈ, 4 ਲਿਖਣ ਲਈ ਆਪਾਂ V ਦਾ ਯੂਜ਼ ਕਰਦੇ ਹਾਂ, ਅਤੇ ਇਹ V ਕੀ ਚੀਜ਼ ਹੈ। ਠੀਕ ਹੈ, ਤਾਂ ਇਹ ਅਗਰ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਜਦੋਂ ਵੀ ਤੁਸੀਂ 5 ਨੂੰ ਲਿਖਣਾ ਹੈ ਤੁਸੀਂ V ਨਾਲ ਲਿਖਣਾ ਹੈ। ਠੀਕ ਹੈ, ਉਸ ਤੋਂ ਬਾਅਦ 8 ਤੱਕ ਇੱਦਾਂ ਹੀ ਚੱਲਦਾ। 9 ਨੂੰ ਕਿੱਦਾਂ ਲਿਖਿਆ ਜਾਂਦਾ ਹੈ, 10 1 ਘੱਟ, ਹੈ ਨਾ। ਤਾਂ 10 ਆਪਣੇ ਕੋਲ ਜੋ ਹੈ ਉਹ X ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਠੀਕ ਹੈ ਜੀ, 10 ਤੋਂ ਬਾਅਦ ਸਿੱਧਾ 50 ਦੀ ਗੱਲ ਕਰਦੇ ਹਾਂ। 50 ਸਿੱਧਾ ਆਪਣੇ ਕੋਲ L ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। 500 ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ D, ਔਰ 1000 ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ M ਦੇ ਨਾਲ। ਇਹ ਜਿਹੜੇ ਸਿੰਬਲਸ ਨੇ ਇਹਨਾਂ ਤੋਂ ਮਿਲ ਕੇ ਸਾਰੀ ਦੀ ਸਾਰੀ ਤੁਹਾਡੀ ਰੋਮਨ ਕਾਊਂਟਿੰਗ ਬਣੀ ਹੋਈ ਹੈ। ਸਿਰਫ ਇਹੀ ਚੀਜ਼ਾਂ ਨੇ ਜੋ ਰੋਮਨ ਕਾਊਂਟਿੰਗ ਨੂੰ ਪੂਰਾ ਦਾ ਪੂਰਾ ਰਿਪਰੈਜ਼ੈਂਟ ਕਰਦੇ ਨੇ। ਫੋਰ ਐਗਜ਼ਾਮਪਲ ਅਗਰ ਤੁਸੀਂ ਕੋਈ ਵੀ ਇੱਕ ਨੰਬਰ ਲਿਖਣਾ ਹੈ, ਫੋਰ ਐਗਜ਼ਾਮਪਲ ਮੈंने ਕਿੰਨਾ ਲਿਖਣਾ ਹੈ 45 ਲਿਖਣਾ ਹੈ, ਤਾਂ 45 ਮੇਰੇ ਕੋਲ ਕਿੰਨਾ ਬਣ ਗਿਆ ਜੀ, 45 ਮੇਰੇ ਕੋਲ ਬਣ ਗਿਆ 40 + 5। ਠੀਕ ਹੈ, ਤਾਂ 40 ਨੂੰ ਕਿਵੇਂ ਲਿਖਾਂਗੇ, 40 ਨੂੰ ਕਿਵੇਂ ਲਿਖਾਂਗੇ ਆਪਾਂ, ਦੱਸੋ ਜਲਦੀ ਜਲਦੀ। 40 ਨੂੰ ਲਿਖਣ ਦਾ ਹੁਣ ਇਹ ਤਰੀਕਾ ਨਹੀਂ ਹੈ ਕਿ ਆਪਣੇ 4 × 10 ਲਿਖਤਾ। ਇਹ ਚੀਜ਼ ਮੈਂ ਤੁਹਾਨੂੰ ਦੱਸਦਾ ਬਿਲਕੁਲ ਗਲਤ ਹੈ। ਕਿਸੇ ਵੀ ਚੀਜ਼ ਨੂੰ ਤੁਸੀਂ 3 ਤੋਂ ਜ਼ਿਆਦਾ ਰਿਪਰੈਜ਼ੈਂਟ ਨਹੀਂ ਕਰ ਸਕਦੇ। ਤੁਸੀਂ ਮੈਕਸਿਮਮ ਜੇਕਰ 30 ਲਿਖਣਾ ਚਾਹੁੰਦੇ ਹੋ, 30 ਲਿਖਣਾ ਚਾਹੁੰਦੇ ਹੋ,
ਤਾਂ ਤੁਸੀਂ 3 ਵਾਰੀ 10 ਲਿਖ ਸਕਦੇ ਹੋ, ਬਟ 4 ਵਾਰ ਨਹੀਂ ਲਿਖਦੇ ਆਪਾਂ, ਕਿਤੇ ਵੀ ਨਹੀਂ ਲਿਖਦੇ। ਤੁਸੀਂ ਮੇਰੀ ਕਾਊਂਟਿੰਗ ਦੇਖੋ ਜੋ ਮੈंने 10 ਤੱਕ ਲਿਖੀ ਹੈ, ਇਸ ਕਾਊਂਟਿੰਗ ਦੇ ਵਿੱਚ 1 2 3, ਠੀਕ ਹੈ। ਰਿਪੀਟ ਹੋਇਆ, ਮੈਂ ਇੱਦਾਂ ਨਹੀਂ ਕਹਿੰਦੀ ਕਿ ਰਿਪੀਟ ਨਹੀਂ ਹੁੰਦਾ, ਰਿਪੀਟ ਹੋਇਆ, ਬਟ 3 ਤੋਂ ਜ਼ਿਆਦਾ ਵਾਰ ਕੁਝ ਵੀ ਰਿਪੀਟ ਨਹੀਂ ਹੋਊਗਾ, ਠੀਕ ਹੈ। ਤਾਂ ਹੁਣ ਦੱਸੋ ਫਿਰ 45 ਕਿਵੇਂ ਲਿਖਿਆ ਜਾਊਗਾ? ਤਾਂ 45 ਲਿਖਣ ਦਾ ਕੀ ਤਰੀਕਾ ਬਚ ਜਾਂਦਾ ਆਪਣੇ ਕੋਲ? ਤਾਂ 45 ਨੂੰ ਆਪਾਂ ਲਿਖਾਂਗੇ 50 ਮਾਈਨਸ 10, ਠੀਕ ਹੈ। ਤਾਂ 50 ਦੀ ਰਿਪਰੈਜ਼ੈਂਟੇਸ਼ਨ ਕੀ ਹੈ? L, ਇਹਦੇ ਵਿੱਚੋਂ -10 ਦਾ ਮਤਲਬ ਕਿ 10 ਨੂੰ ਮੂਹਰੇ ਲਗਾ ਦਿਓ, ਇਹ ਬਣ ਗਿਆ ਮੇਰੇ ਕੋਲ 40, ਠੀਕ ਹੈ। ਇਹ ਮੇਰੇ ਕੋਲ ਕੀ ਬਣ ਗਿਆ 40, ਬਟ ਇਸ ਦੇ ਵਿੱਚ ਮੈंने ਕੀ ਐਡ ਕਰਨਾ ਹੈ? 5 ਵੀ ਐਡ ਕਰਨਾ ਹੈ, ਤਾਂ ਨਾਲ ਮੇਰੇ ਕੋਲ ਕੀ ਬਣ ਜਾਏਗਾ? 20 ਬਣ ਜਾਏਗਾ। ਤਾਂ ਇਹ ਮੇਰੇ ਕੋਲ ਕੀ ਬਣ ਗਈ? ਪੂਰੀ ਦੀ ਪੂਰੀ 45 ਬਣ ਗਈ। ਕਲੀਅਰ ਹੋਇਆ? ਈਜ਼ੀ, ਸਿੰਪਲ, ਕੁਝ ਵੀ ਇਹਦੇ ਵਿੱਚ ਮੁਸ਼ਕਿਲ ਨਹੀਂ ਹੈ, ਕੁਝ ਵੀ ਮੁਸ਼ਕਿਲ ਨਹੀਂ ਹੈ, ਠੀਕ ਹੈ। ਫਿਰ ਵੀ ਦੁਬਾਰਾ ਇਸ ਨੂੰ ਐਕਸਪਲੇਨ ਕਰਨ ਦੇ ਲਈ, ਸਮਝਣ ਦੇ ਲਈ ਥੋੜੇ ਜਿਹੇ ਰੂਲਸ ਨੇ, ਜੇਕਰ ਤੁਸੀਂ ਉਸ ਨੂੰ ਸਮਝ ਲੈਂਦੇ ਹੋ ਤਾਂ ਸ਼ਾਇਦ ਤੁਹਾਡੇ ਲਈ ਜੋ ਕਾਊਂਟਿੰਗ ਹੈ ਉਹ ਸਮਝਣੀ ਈਜ਼ੀ ਹੋ ਜੇ, ਹੈ ਨਾ, ਅੰਡਰਸਟੈਂਡ ਕਰਨੀ ਸੌਖੀ ਹੋ ਜੇ। ਹਾਂਜੀ, ਤਾਂ ਸਭ ਤੋਂ ਪਹਿਲਾ ਜੋ ਰੂਲ ਹੈ, ਜਸਟ ਵੇਟ, ਹਾਂਜੀ, ਤਾਂ ਸਭ ਤੋਂ ਪਹਿਲਾ ਜੋ ਰੂਲ ਹੈ ਉਹ ਰੂਲ ਆਪਾਂ ਨੂੰ ਕੀ ਕਹਿੰਦਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਚੀਜ਼ ਨੂੰ ਰਿਪੀਟ ਕਰਨਾ ਹੈ, ਠੀਕ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਕਿ ਉਹ ਕੀ ਕੀਤਾ ਜਾ ਰਿਹਾ? ਐਡ ਕੀਤਾ ਜਾ ਰਿਹਾ, ਠੀਕ ਹੈ। ਜਿੰਨੀ ਵਾਰ ਤੁਸੀਂ ਉਸ ਨੂੰ ਰਿਪੀਟ ਕਰੋਗੇ, ਪਹਿਲੀ ਗੱਲ ਤਾਂ 3 ਤੋਂ ਜ਼ਿਆਦਾ ਵਾਰ ਰਿਪੀਟ ਕਰ ਨਹੀਂ ਸਕਦੇ, ਠੀਕ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਿਹਾ ਸੀ ਕਿ ਜੇਕਰ ਤੁਸੀਂ 30 ਲਿਖਣਾ ਚਾਹੁੰਦੇ ਹੋ ਤਾਂ 30 ਤੁਸੀਂ ਕਿਵੇਂ ਲਿਖ ਸਕਦੇ ਹੋ? 10 20 30, ਮਤਲਬ ਕੀ ਹੋ ਗਿਆ? ਪਹਿਲਾ ਰੂਲ ਆਪਾਂ ਨੂੰ ਇਹ ਕਹਿ ਰਿਹਾ ਵੀ ਜੇਕਰ ਤੁਸੀਂ ਕਿਸੇ ਵੀ ਡਿਜਿਟ ਨੂੰ ਰਿਪੀਟ ਕਰਦੇ ਹੋ ਤਾਂ ਉਹ ਕੀ ਹੋਣਾ ਸ਼ੁਰੂ ਹੋ ਜਾਂਦਾ ਹੈ? ਜੁੜਨਾ ਸ਼ੁਰੂ ਹੋ ਜਾਂਦਾ ਹੈ, ਤਾਂ देयर ਵੈਲਿਊ ਸ਼ੁੱਡ ਬੀ ਐਡਡ। ਇਹਨੂੰ ਪ੍ਰੋਪਰ ਹੀ ਲਿਖ ਲੈਣੀ ਆ ਮੈਂ, ਥੋੜਾ ਜ਼ਿਆਦਾ ਅੱਛੇ ਨਾਲ ਕਲੀਅਰ ਹੋ ਜਾਊਗਾ। ਇਫ ਅ symbol is repeated, sorry, if a symbol is repeated then their value should be added, ठीक है जी। तो ये एग्जाम्पल जिन्नी मर्जी लै लो, अगर तुसी 1 1 1 3 टाइम्स लिखते हो तो यदा मतलब की हो रहा 1 नू 3 टाइम्स लिखा जा रहा है और 3 टाइम्स इसका ऐड करांगे तो कितना बन जाएगा? 3 बन जाएगा। अगर तुसी 10 नू 3 टाइम्स लिख रहे हो तो इसका मतलब की हो जाता है 10 + 10 + 10, तो ये कितना बन गया मेरे को? 30 बन गया। हुण जेकर तुहाडे माइंड ये आ रहा है मैम 555 भी तो लिख सकते हैं, तो मैं तुहानूं दसदा यू आर वेरी 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 रॉन्ग। क्यों रॉन्ग हो तुसी? ਇਹਦਾ मतलब दसो मैनू की बनया? ਇਹਦਾ मतलब तो 15 बन गया, तो 15 ਨੂੰ ਤੁਸੀਂ ਐਵੇਂ ਥੋੜੀ ਨਾ ਲਿਖੋਗੇ, ठीक है। आई होप ये क्वेश्चन किसी माइंड आया नहीं होगा, बट स्टिल अगर आया भी है दैन आई वांट टू एक्सप्लेन दैट कि 15 ਨੂੰ कदे भी इदा नहीं लिखा जाता कि 3 वारी 5 ਨੂੰ ऐड कर दो, दैट वाज वेरी रॉन्ग। कि 15 ਨੂੰ ਆਪਾਂ ਕਿੱਦਾਂ ਲਿਖਾਂਗੇ? 10 + 5, हमेशा राउंड ऑफ ਦੇ ਵਿੱਚ ਉਸਨੂੰ 10 ਜੋ ਵੀ ਨੰਬਰ ਹੈ ਉਸਨੂੰ ਐਡ ਕਰਨਾ ਹੁੰਦਾ ਹੈ, ਤਾਂ 10 + 5 ਕਰੋਗੇ ਤਾਂ 15 ਤੁਹਾਡੇ ਕੋਲ ਕੁਝ ਇਸ ਤਰੀਕੇ ਨਾਲ ਬਣੇਗਾ। ਕਲੀਅਰ ਹੈ? ਈਜ਼ੀ, ਠੀਕ ਹੈ। ਉਸ ਤੋਂ ਬਾਅਦ ਆ ਜਾਂਦੇ ਹਾਂ ਜੀ ਅਗਲੇ ਰੂਲ ਦੇ ਉੱਪਰ। ਅਗਲਾ ਰੂਲ ਆਪਾਂ ਨੂੰ ਕੀ ਦੱਸਦਾ ਹੈ? ਰੂਲ ਨੰਬਰ 2। ਹਾਂਜੀ, ਅਗਲਾ ਰੂਲ ਆਪਾਂ ਨੂੰ ਦੱਸਦੇ ਵੀ ਜਦੋਂ ਵੀ ਤੁਸੀਂ ਕਿਸੇ ਵੀ ਵੈਲਿਊ ਨੂੰ, ਠੀਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ 9 ਹੈ ਉਹਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ, मतलब 10 ਤੋਂ 1 ਘੱਟ, 1 ਘੱਟ 10 ਆਪਾਂ ਪਿਓਰ ਪੰਜਾਬੀ 'ਚ ਬੋਲ ਦਿੰਦੇ ਹਾਂ, ਤਾਂ ਉਹ ਆਪਣੇ ਕੋਲ ਕੀ ਬਣ ਜਾਂਦਾ? 9 ਬਣ ਜਾਂਦਾ। ਤੇ ਜਦੋਂ ਕਿਸੇ ਵੀ ਨੰਬਰ ਨੂੰ ਸਮੋਲਰ ਵੈਲਿਊ ਨੂੰ, ਹੁਣ ਇੱਥੇ ਕਿਸੇ ਵੀ ਨੰਬਰ ਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੇ ਤੁਸੀਂ 50 ਲਿਖ ਰਹੇ ਹੋ ਤੇ ਇੱਥੇ 10 ਲਿਖ ਰਹੇ ਹੋ ਕਿ 10 ਚੋਂ 50 ਮਾਈਨਸ ਕਰਤਾ, ਇਹ ਤਾਂ ਬਹੁਤ ਹੀ ਜ਼ਿਆਦਾ ਗਲਤ ਚੀਜ਼ ਹੋ ਜੂਗੀ ਤੁਹਾਡੀ, ਠੀਕ ਹੈ। ਇੱਦਾਂ ਦਾ ਕੁਝ ਵੀ ਰੋਮਨ ਕਾਊਂਟਿੰਗ 'ਚ ਨਹੀਂ ਹੁੰਦਾ, ਠੀਕ ਹੈ। ਤਾਂ ਜੋ ਵੀ ਤੁਹਾਡੇ ਕੋਲ ਲੈਫਟ ਸਾਈਡ ਦੇ ਵਿੱਚ ਵੈਲਿਊ ਹੋਗੀ ਉਹ ਵੈਲਿਊ ਸਮੋਲਰ ਵੈਲਿਊ ਹੋਗੀ, ਠੀਕ ਹੈ। ਇਹਨੂੰ ਮੈਂ ਪ੍ਰੋਪਰ ਲਿਖ ਦੇਣੀ ਆ, ਨਾਲ ਸਮਝਾ ਦੇਣੀ ਆ। ਹਾਂਜੀ, ਇਫ ਅ ਸਿੰਬਲ ਆਫ ਸਮੋਲਰ ਵੈਲਿਊ, ਹੁਣ ਇੱਥੇ ਮੈंने ਮੈਂਸ਼ਨ ਕੀ ਕੀਤਾ? ਸਮੋਲਰ ਵੈਲਿਊ। ਤਾਂ ਉਹੀ ਚੀਜ਼ ਮੈਂ ਦੁਬਾਰਾ ਚੱਕਦੀ ਹਾਂ ਕਿ ਜੇਕਰ ਤੁਸੀਂ ਉਰੇ L × 10 ਲਿਖੋਗੇ ਤਾਂ ਇਹ ਜੀ ਮੇਰੇ ਕੋਲ 50 + 10 60 ਬਣੇਗਾ, ਨਾ ਕਿ -40। ਜੇਕਰ ਤੁਸੀਂ ਜ਼ਿਆਦਾ ਸੋਚੋਗੇ ਤਾਂ ਉਹ ਨੈਗੇਟਿਵ ਨੰਬਰ ਇਜ਼ ਨੋਟ
रिप्रजेंटेड बाय द रोमन काउंटिंग। ठीक है, रिप्रजेंट नहीं किए जाते नैगेटिव नंबर्स नूं। तो यही चीज़ नूं ध्यान च रखियो। दूसरी गल कि इहदे विच जेकर तुहाडे कोल लैफ्ट दे विच जो लिखी गई वैल्यू है वो की होनी चाहिए, स्मॉल होनी चाहिए। इफ इट इज़ नॉट स्मॉल तो ये वाला रूल अप्लाई नहीं होंदा। ठीक है, इस चीज़ नूं ध्यान रखियो। स्मॉलर वैल्यू इज़ रिटन बिफोर a symbol of greater value। इत्थे ग्रेटर वैल्यू तो पहला स्मॉलर वैल्यू होनी चाहिए है। इक्वल वैल्यूज़ दे विच भी ये नहीं हुंदा। जेकर तुसीं कहो 10 10 लिख रही हाँ तो ये 10 - 10 0 बन गया, इदा का कुछ नहीं है, ज़्यादा नहीं सोचना। स्मॉलर वैल्यू पहला है, ग्रेटर वैल्यू बाद विच। यह रूल सिर्फ तां ही अप्लाई होएगा। फॉर एग्जाम्पल ये भी गलत हो गया, इन्होंने मैं इरेज ही कर देनी है तो जस्ट समझाने लिए सीगे। फॉर एग्जाम्पल 9 हो गया, 4 हो गया, इनू लिखन का तरीका। ठीक है, दैन आपां की करते हैं, इट्स वैल्यू इज़ सबट्रैक्ट। तो उहदे विचों की हो जाती है जी, सबट्रैक्ट हो जाती है। सबट्रैक्टेड फ्रॉम द वैल्यू ऑफ द ग्रेटर सिंबल। ठीक है जी, क्लीयर है। दैट इज़ अवर रूल नंबर 2। द बेस्ट एग्जाम्पल इज़ तुसी 9 लिखिया तो 9 का मतलब की हो गया, स्मॉल नंबर ग्रेटर नंबर तो पहला लिख रहे हो तो इसनूं इस तरीके नाल लिखांगे तो आंसर कितना आ जाऊगा, 9 आ जाऊगा। 10 नूं 50 दे विचों आपां ने की करना है, माइनस करना है, तो अपने कोल कितना आ जाऊगा, 40 आ जाऊगा, एटसेट्रा। ठीक है, दैट इज़ अवर रूल नंबर 2। नैक्सट अगर आप गल करिए, नैक्सट रूल की कहता है आपां नूं, रूल नंबर 3। थर्ड रूल कहता है जी आपां नूं, जेकर तुसी स्मॉलर वैल्यू नूं बाद विच लिखदे हो, जो कि मैं ऑलरेडी पहला बहुत रिपीट कर चुकी हाँ कि अगर देखो ये तो असीं स्मॉलर वैल्यू नूं जेकर तुसी पहला लिखदे हो तो वो सबट्रैक्ट हो जाती है। बट जेकर तुसी स्मॉलर वैल्यू नूं बाद विच लिखदे हो, फॉर एग्जाम्पल 5 तो बाद मैंने इसकी स्मॉलर वैल्यू लिखी है दैट इज़ 1, तो ये मेरे को कितना होएगा जी, ये मेरे को ऐड होएगा दैट इज़ इक्वल टू 6। ठीक है, अगर तुसी 50 तो बाद 5 लिख दो तो ये ऐड होएगा दैट बिकम 55। ठीक है, तो इसनूं थोड़ा रिटर्न दे विच लिख लैंदे आ। ठीक है, इफ अ सिंबल ऑफ स्मॉलर वैल्यू इज written after the symbol of greater value, then की होएगा, its value should be added। इजी, अंडरस्टैंडेबल। ठीक है जी, नैक्सट डिस्कस करते हैं और लास्ट डिस्कस करते हैं लास्ट रूल जो है, और बहुत ज़्यादा सिंपल तो अंडरस्टैंडिंग है। ठीक है, लास्ट रूल आपां नूं की कहता है कि जेडे सिंबल्स तुहानूं इदां लगदे ने कि V हो गया ਜਾਂ L हो गया ਜਾਂ D हो गया, हुण किहड़े सिंबल्स ने, तुसीं ध्यान नाल देखो जिहड़े 3 सिंबल मैं बोले ने। बिल्कुल आपां स्टार्टिंग 'च चलदे हां, स्टार्टिंग 'च को चलना रिपीट ही कर लैंदे हां। इत्थे मैंने लिखिया सी 1, ठीक है, जिसनों आप 1 नाल रिप्रजेंट करते हैं। फिर मैंने लिखिया सी 5 जिसनों आप V नाल रिप्रजेंट करते हैं। फिर मैंने लिखिया सी 10 X नाल रिप्रजेंट हुंदा है। L मेरे कोल 50 नाल रिप्रजेंट हुंदा है। ठीक है जी, अगर आप गल करिए C हुंदा है 100 नाल, उल्ट लिख देनी हाँ मैं, हाँ जी, C हुंदा है 100 नाल। और अगर आप गल करिए 500 हुंदा है D नाल, और 1000 हुंदा है M नाल रिप्रजेंट। तो ये किहड़े-किहड़े डिजिट लै लो जिहड़े कि 5 दे मल्टीपल्स ने, 5 दे मल्टीपल्स नहीं कह सकते, मतलब जिहड़े हाफ जे दे विच आंदे ने। ये 3 नंबर्स इदां दे ने, ये 3 सिंबल्स इदां दे ने जिन्हां नूं आपां रिपीट ही नहीं करते, जिहड़े कि विल नॉट रिपीट, यही रिपीट ही नहीं होंगे। तुसीं पूरी रोमन काउंटिंग किते भी V इंटू V नहीं लिखोगे, क्योंकि यदा मतलब बन गया 10, तो 10 नूं लिखण दा यह तरीका बिल्कुल भी नहीं है, 10 नूं लिखण दा तरीका यह है। ट्रिपल V नहीं लिखोगे क्योंकि यदा मतलब बन गया 15,
और ये बिल्कुल ही रॉन्ग है। आप 15 ਨੂੰ ਲਿਖਦੇ ਹਾਂ ਕੁਝ ਇਸ ਤਰੀਕੇ ਨਾਲ, ਠੀਕ ਹੈ। ਤਾਂ ਦਿਸ ਇਜ਼ ਅ MCQ ਟਾਈਪ ਆਫ ਕੁਐਸਚਨ। ਤਾਂ ਇਹ ਚੀਜ਼ ਹਮੇਸ਼ਾ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਿਹੜੇ ਤੁਹਾਡੇ ਕੋਲੇ ਆ 3 ਨੰਬਰਸ ਨੇ, ਕਿਹੜੇ ਨੰਬਰਸ ਨੇ, ਆਈ ਵਿਲ ਰਿਪੀਟ, V, L ਐਂਡ D, ਠੀਕ ਹੈ। ਇਹਨਾਂ ਨੂੰ ਕਦੇ ਵੀ ਆਪਾਂ ਰਿਪੀਟ ਕਰਕੇ ਨਹੀਂ ਲਿਖਦੇ, ਕਦੇ ਵੀ ਦੁਹਰਾਏ ਨਹੀਂ ਜਾਂਦੇ। सिंपल, दैट इज़ इट, ठीक है। क्लीयर है जी, उम्मीद है टॉपिक क्लीयर होगा चंगे तरीके नाल, ठीक है। ये सीगा अपना नेक्स्ट टॉपिक, दैट वाज नोइंग अवर नंबर्स। नोइंग अवर नंबर इत्थे कंप्लीट हुंदा है। थ्योरेटिकल पार्ट नोइंग अवर नंबर का कंप्लीट होएगा। नैक्सट क्लास दे विच आपां डिस्कस करांगे MCQ, और लाइव होएगी ये क्लास कल दा दिन, ठीक है। कल नूं क्लास तुहाडी लाइव लगावांगे 10 बजे, जिहदे विच आपां MCQs नूं डिस्कस करांगे मॉर्निंग 10 AM, ठीक है। क्लीयर है। तो एक थोड़ा ये दस देवां कि MCQs की चंगी प्रैक्टिस करने के लिए आप नीयर अबाउट वधिया वधिया क्वेश्चन लैके आवांगे, ठीक है। 25 to 30 क्वेश्चन पक्का होंगे कल की क्लास दे विच। 20 to 25 लगा लो या 25 to 30 लगा लो, है ना, किन्ने भी क्वेश्चन होंगे। तो उन्होंने लिए तुहाडा प्रेजेंट होना जरूरी है, ताकि तुसीं वधिया तरीके नाल अपनी प्रैक्टिस कर सको, ठीक है। क्लास पसंद आई दैन डोंट फॉरगेट टू लाइक, शेयर बहुत घट करते हो तुसीं, ठीक है। एंड जेकर पहली बार आए हो तो सबसक्राइब जरूर करो, जरूरी है तुहाडे लिए, ठीक है। नैक्सट अगर आप गल करिए टैलीग्राम ग्रुप में कर लियो ज्वाइन। लास्ट एंड बट नॉट द लीस्ट कि कल नूं जरूर पहुँच जियो 10 बजे, ठीक है जी। थैंक यू सो मच।